ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰੋਨਾ ਦਾ ਅਪਡੇਟ ਤੁਹਾਨੂੰ ਦਵਾਂਗੇ। ਪੰਜਾਬ ਦੇ ਅੰਕੜੇ ਤੁਹਾਨੂੰ ਦੱਸਦੇ ਹਾਂ। 24 ਘੰਟਿਆਂ ਦੇ ਲਗਾਤਾਰ ਮਾਮਲੇ ਕਰੋਨਾ ਦੇ ਵੱਧ ਰਹੇ ਨੇ। ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕਰੀਬ 6000 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ, ਜਦਕਿ 100 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਦੇ ਨਾਲ ਹੋ ਗਈ ਹੈ। ਜੀ ਹਾਂ, 5932 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ ਪੰਜਾਬ ਦੇ ਵਿੱਚ, ਕਰੀਬ 6000। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ 100 ਲੋਕਾਂ ਦੀ ਮੌਤ ਹੋਈ ਹੈ, ਜਦਕਿ 3774 ਲੋਕ ਕਰੋਨਾ ਨੂੰ ਮਾਤ ਵੀ ਦੇ ਚੁੱਕੇ ਨੇ। ਇੱਕ ਰਾਹਤ ਭਰੀ ਖਬਰ ਵੀ ਹੈ कि करीब 4000 लोगों ने कोरोना ਨੂੰ ਮਾਤ ਦਿੱਤੀ ਹੈ, यानी कि लोग ਜਿਹੜੇ ठीक होने वाली रफ्तार है वो कैजुअलिटीज तो बहुत ज्यादा तेज है और उम्मीद करते हैं कि सारे जरूर सेहतयाब रहणगे। ਤੁਹਾਨੂੰ ਦਿਖਾ ਦੇਣੇ ਇੱਕ ਇੱਕ ਕਰਕੇ ਕਿ ਪਿਛਲੇ 24 ਘੰਟਿਆਂ ਦੇ ਅੰਕੜੇ ਕੀ ਕੁਝ ਨੇ ਪੰਜਾਬ ਦੇ ਵਿੱਚ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਸੂਬੇ ਦੇ ਹੌਟਸਪੌਟ ਡਿਸਟ੍ਰਿਕਟਸ ਨੇ ਉਹਨਾਂ ਦਾ ਇੱਕ ਵਾਰੀ ਤੁਹਾਨੂੰ ਅੰਕੜਾ ਦਿਖਾਣੇ ਆ। ਇਹ 24 ਘੰਟਿਆਂ ਦਾ ਅੰਕੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਪੰਜਾਬ ਦੇ ਹੌਟਸਪੌਟ ਜ਼ਿਲ੍ਹਿਆਂ ਦਾ ਹਾਲ, ਲੁਧਿਆਣਾ, ਮੋਹਾਲੀ, ਬਠਿੰਡਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਇਹ ਸਾਰਿਆਂ ਦਾ ਹਾਲ ਤੁਹਾਨੂੰ ਦਿਖਾ ਰਿਹਾ। ਲੁਧਿਆਣਾ ਦੇ ਵਿੱਚ ਨਵੇਂ ਕੇਸ 1136, 13 ਲੋਕਾਂ ਦੀ ਮੌਤ। ਮੋਹਾਲੀ 'ਚ 828 ਨਵੇਂ ਕੇਸ, 11 ਲੋਕਾਂ ਦੀ ਮੌਤ। ਬਠਿੰਡਾ 'ਚ 636 ਨਵੇਂ ਕੇਸ, 7 ਲੋਕਾਂ ਦੀ ਮੌਤ। ਜਲੰਧਰ 'ਚ 565 ਨਵੇਂ ਕੇਸ, 6 ਲੋਕਾਂ ਦੀ ਮੌਤ। ਪਟਿਆਲਾ 'ਚ 492 ਨਵੇਂ ਕੇਸ, 9 ਲੋਕਾਂ ਦੀ ਮੌਤ। ਅੰਮ੍ਰਿਤਸਰ 'ਚ 431 ਨਵੇਂ ਕੇਸ, 17 ਲੋਕਾਂ ਦੀ ਮੌਤ। ਅੰਮ੍ਰਿਤਸਰ ਦੇ ਵਿੱਚ ਮੌਤਾਂ ਦਾ ਅੰਕੜਾ ਸਭ ਤੋਂ ਜ਼ਿਆਦਾ ਸੀ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ। ਹੁਣ ਪੰਜਾਬ ਦੇ ਵਿੱਚ ਕਰੋਨਾ ਦੇ ਕੇਸਿਸ ਕਿਸ ਰਫ਼ਤਾਰ ਦੇ ਨਾਲ ਵਧ ਰਹੇ ਨੇ ਉਹ ਵੀ ਤੁਹਾਨੂੰ ਅਸੀਂ ਗ੍ਰਾਫਿਕਸ ਦੇ ਜ਼ਰੀਏ, ਅੰਕੜੇ ਦੇ ਜ਼ਰੀਏ ਦਿਖਾਉਣ ਦੀ, ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਪਿਛਲੇ 5 ਦਿਨਾਂ ਦੇ ਵਿੱਚ ਕਿਸ ਤਰੀਕੇ ਨਾਲ ਰਫ਼ਤਾਰ ਨਜ਼ਰ ਆ ਰਹੀ ਹੈ ਕਰੋਨਾ ਦੇ ਨਵੇਂ ਮਾਮਲਿਆਂ ਦੀ ਪੰਜਾਬ ਦੇ ਵਿੱਚ। 27, 26, 25, 24 ਤੇ ਇਹ 5 ਦਿਨਾਂ ਦਾ ਅੰਕੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ। 23 ਤਰੀਕ ਤੋਂ ਸ਼ੁਰੂ ਕਰੀਏ ਤਾਂ ਲਗਾਤਾਰ ਮਾਮਲੇ ਵੱਧਦੇ ਘਟਦੇ ਨੇ, ਪਰ 6000 ਦੇ ਕਰੀਬ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਨੇ। 23 ਤਰੀਕ ਨੂੰ 6700 ਮਾਮਲੇ ਸੀ, 24 ਤਰੀਕ ਨੂੰ 5700 ਨਵੇਂ ਮਾਮਲੇ ਸੀ, 5700 ਤੋਂ ਜ਼ਿਆਦਾ 25 ਤਰੀਕ ਨੂੰ 25 ਅਪ੍ਰੈਲ ਦਾ ਜਿਹੜਾ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ, 7014 ਕੇਸਿਸ ਸਾਹਮਣੇ ਆਏ ਸੀ। ਉੱਥੇ ਹੀ ਗੱਲ ਕਰੀਏ ਅਸੀਂ 26 ਤਰੀਕ ਦੀ ਤਾਂ 6318, 27 ਤਰੀਕ ਦੀ 5932, ਯਾਨੀ ਕਿ 25 ਤੋਂ ਲੈ ਕੇ 27 ਤੱਕ ਦੇ ਅੰਕੜਿਆਂ ਦੇ ਵਿੱਚ ਥੋੜੀ ਜਿਹੀ ਗਿਰਾਵਟ ਜ਼ਰੂਰ ਹੈ, ਪਰ ਮੌਤਾਂ ਦੇ ਅੰਕੜੇ ਜ਼ਰੂਰ ਪਰੇਸ਼ਾਨ ਕਰਦੇ ਨੇ। 23 ਅਪ੍ਰੈਲ ਨੂੰ 76 ਲੋਕਾਂ ਦੀ ਮੌਤ ਸੀ, ਪਰ 27 ਅਪ੍ਰੈਲ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਹੈ, 100 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ। ਹੁਣ ਪੰਜਾਬ ਤੋਂ ਬਾਅਦ ਅਸੀਂ ਹਿਮਾਚਲ ਦਾ ਅੰਕੜਾ ਤੁਹਾਨੂੰ ਦਿਖਾ ਦਿੰਦੇ ਹਾਂ। ਇੱਕ ਵਾਰੀ ਹਿਮਾਚਲ ਦਾ 24 ਘੰਟਿਆਂ ਦਾ ਕੀ ਹਾਲ ਹੈ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਹਿਮਾਚਲ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 24 ਲੋਕਾਂ ਦੀ ਮੌਤ ਹੋਈ ਹੈ ਕਰੋਨਾ ਦੀ ਵਜ੍ਹਾ ਨਾਲ। 2157 ਨਵੇਂ ਕੇਸ ਵੀ ਰਿਪੋਰਟ ਕੀਤੇ ਗਏ ਨੇ, ਜਦਕਿ 1305 ਲੋਕਾਂ ਨੇ ਕਰੋਨਾ ਨੂੰ ਮਾਤ ਵੀ ਦਿੱਤੀ ਹੈ। ਪੂਰਾ ਕਰੋਨਾ ਦਾ ਅਪਡੇਟ ਹੈ ਹਿਮਾਚਲ ਦਾ। ਹਿਮਾਚਲ ਤੋਂ ਬਾਅਦ ਅਸੀਂ ਰੁਕ ਕਰ ਲਾਂਗੇ ਹਰਿਆਣਾ ਦਾ। ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਕਰੋਨਾ ਦੀ ਰਫ਼ਤਾਰ ਜ਼ਬਰਦਸਤ ਹੈ। ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਅਸੀਂ ਕੰਪੇਅਰ ਕਰੀਏ ਤਾਂ ਹਰਿਆਣਾ ਇਸ ਸਮੇਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਪੰਜਾਬ ਤੋਂ ਆਲਮੋਸਟ ਡਬਲ ਕੇਸਿਸ ਨੇ ਹਰਿਆਣਾ ਦੇ ਵਿੱਚ। ਪਿਛਲੇ 24 ਘੰਟੇ ਦਾ ਹਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ। 11931 ਨਵੇਂ ਮਾਮਲੇ ਰਿਪੋਰਟ ਹੋਏ ਨੇ, 84 ਲੋਕਾਂ ਦੀ ਮੌਤ ਹੋਈ ਹੈ, ਜਦਕਿ ਠੀਕ ਹੋਏ ਲੋਕ ਨੇ 7184, ਯਾਨੀ ਕਿ 7000 ਤੋਂ ਜ਼ਿਆਦਾ ਲੋਕ ਕਰੋਨਾ ਨੂੰ ਮਾਤ ਵੀ ਦੇ ਰਹੇ ਨੇ, ਉਹਨਾਂ ਨੇ ਠੀਕ ਹੋਏ ਨੇ। ਤੇ ਉਸ ਤੋਂ ਬਾਅਦ ਹੁਣ ਗੱਲ ਰਾਜਧਾਨੀ ਦੀ ਵੀ ਕਰ ਲੈਂਦੇ ਆ। ਰਾਜਧਾਨੀ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੀ, ਉੱਥੇ ਕੀ ਕੁਝ ਅਪਡੇਟ ਆ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਪਿਛਲੇ 24 ਘੰਟੇ ਦਾ ਅਸੀਂ ਹਾਲ ਤੁਹਾਨੂੰ ਦਿਖਾ ਰਹੇ ਹਾਂ। ਚੰਡੀਗੜ੍ਹ ਦੇ ਵਿੱਚ ਪਿਛਲੇ 24 ਘੰਟਿਆਂ 'ਚ 837 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। 837, 6 ਲੋਕਾਂ ਦੀ ਮੌਤ ਹੋਈ ਹੈ, ਜਦਕਿ 426 ਲੋਕ ਕਰੋਨਾ ਨੂੰ ਮਾਤ ਵੀ ਦੇ ਚੁੱਕੇ ਨੇ, ਯਾਨੀ ਕਿ 426 ਲੋਕ ਪਿਛਲੇ 24 ਘੰਟਿਆਂ ਦੇ ਵਿੱਚ ਠੀਕ ਵੀ ਹੋਏ। ਤਾਂ ਅਸੀਂ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਮੇਂ ਕਿਸ ਤਰੀਕੇ ਨਾਲ ਹਾਲਾਤ ਨੇ ਸੂਬੇ ਦੇ ਵਿੱਚ, ਕਿਉਂਕਿ ਬੰਦਿਸ਼ਾਂ ਬਹੁਤ ਵਧਾਈਆਂ ਗਈਆਂ ਨੇ। ਮੰਗਲਵਾਰ ਦਾ ਦਿਨ ਉਹ ਪਹਿਲਾ ਦਿਨ ਸੀ ਜਦੋਂ 6 ਵਜੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਇਨਫੈਕਟ 5 ਵਜੇ ਦੁਕਾਨਾਂ ਬੰਦ ਹੋ ਗਈਆਂ, 6 ਵਜੇ ਤਾਂ ਪੂਰੇ ਪੰਜਾਬ 'ਚ ਕਰਫਿਊ ਲਗਾ ਦਿੱਤਾ ਗਿਆ ਸੀ। ਨਾਈਟ ਕਰਫਿਊ 'ਚ ਇਸ ਤਰੀਕੇ ਨਾਲ ਇਜ਼ਾਫਾ 2 ਘੰਟੇ ਦਾ ਕੀਤਾ ਗਿਆ। ਵੱਖ-ਵੱਖ ਥਾਵਾਂ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਮਨੋਜ ਰਾਠੀ ਸਾਡੇ ਨਾਲ ਨੇ ਮੋਹਾਲੀ ਤੋਂ, ਸਾਡੇ ਨਾਲ ਰਾਜੀਵ ਸ਼ਰਮਾ ਜੁੜ ਰਹੇ ਨੇ ਅੰਮ੍ਰਿਤਸਰ ਤੋਂ, ਤੇ ਸਾਡੇ ਨਾਲ ਜਸਵੀਰ ਬਰਾੜ ਜੁੜ ਰਹੇ ਨੇ ਲੁਧਿਆਣਾ ਤੋਂ। ਅਪਡੇਟ ਦੇਣਗੇ ਲੁਧਿਆਣਾ ਦਾ। ਸਿੱਧਾ ਰੁਕ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਅੰਮ੍ਰਿਤਸਰ ਦੀ। ਸਿਫਤੀ ਦੇ ਘਰ ਤੋਂ ਸ਼ੁਰੂਆਤ ਕਰਦੇ ਹਾਂ। ਰਾਜੀਵ ਸਾਡੇ ਨਾਲ ਨੇ। ਰਾਜੀਵ, ਅੰਮ੍ਰਿਤਸਰ ਦਾ ਹਾਲ ਥੋੜਾ ਜਿਹਾ ਦੱਸੋ, ਕਿਉਂਕਿ ਪਿਛਲੇ 24 ਘੰਟਿਆਂ ਦੇ ਵਿੱਚ 17 ਲੋਕਾਂ ਦੀ ਮੌਤ ਤੋਂ ਚਿੰਤਾ ਨੂੰ ਵਧਾਉਣ ਵਾਲੀ ਹੈ। ਮਾਮਲੇ ਬੇਸ਼ੱਕ 400, 450 ਹੋਣ, ਲੁਧਿਆਣਾ ਤੋਂ, ਮੋਹਾਲੀ ਤੋਂ, ਪਟਿਆਲਾ ਤੋਂ ਘੱਟ ਹੋਣ, ਪਰ ਮੌਤਾਂ ਦਾ ਅੰਕੜਾ ਬਹੁਤ ਵੱਡਾ ਹੈ। ਸਮਝਾਓ ਇਸ ਸਮੇਂ ਕੀ ਸਥਿਤੀ ਹੈ, ਕਿੰਨਾ ਕੁ ਲੋਕ ਪਾਲਣਾ ਕਰ ਰਹੇ ਨੇ ਕਰੋਨਾ ਨਿਯਮਾਂ ਦੀ। ਰਾਜੀਵ जी बिल्कुल गौरव, जिस तरह तुसीं जिक्र किया जो आंकड़ा सेहत विभाग वालों साडे नाल साझा किया गया कल शाम नूं कि 431 जिहड़े कुल मामले ने पॉजिटिव और 17 मौतां जो कि चिंता दे विच पाउण वाला आंकड़ा। तां
ਜਦੋਂ ਕੱਲ 6 ਵਜੇ ਦਾ ਜਿਹੜਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ, ਆਦੇਸ਼ ਦਿੱਤੇ ਗਏ ਸੀ ਸਾਰੇ ਡਿਪਟੀ ਕਮਿਸ਼ਨਰਜ਼ ਨੂੰ, ਪੁਲਿਸ ਕਮਿਸ਼ਨਰਜ਼ ਨੂੰ ਕਿ 6 ਵਜੇ ਪੂਰਨ ਤੌਰ ਤੇ ਜਿਹੜਾ ਨਾਈਟ ਕਰਫਿਊ ਹੈ ਉਹ ਲਗਵਾਇਆ ਜਾਵੇ, ਤਾਂ ਕੱਲ ਉਸ ਦਾ ਅਸਰ ਵੀ ਦੇਖਣ ਨੂੰ ਮਿਲਿਆ। ਔਰ ਸੜਕਾਂ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਅਮੂਮਨ ਜਿਸ ਤਰੀਕੇ ਦੀ ਟ੍ਰੈਫਿਕ ਸੜਕਾਂ ਤੇ ਨਜ਼ਰ ਆਉਂਦੀ ਹੈ, ਉਸ ਤੋਂ ਬਿਲਕੁਲ ਵੱਖਰੀ ਤਸਵੀਰ ਹੈ, ਕਿਉਂਕਿ ਅਜਿਹੀਆਂ ਤਸਵੀਰਾਂ ਜਿਹੜੀਆਂ ਨੇ ਹਰ ਸਾਲ ਉਹ ਜੂਨ ਜੁਲਾਈ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਸੀ ਤਾਂ ਸੜਕਾਂ ਜਿਹੜੀਆਂ ਨੇ ਸੁੰਨਸਾਨ ਦਿਖਦੀਆਂ ਸੀ। ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਹ ਸਿਰਫ ਤੇ ਸਿਰਫ ਜਿਹੜੀ ਸਖਤੀ ਹੈ, ਔਰ ਦੂਸਰੇ ਪਾਸੇ ਲੋਕ ਵੀ ਕਿਤੇ ਨਾ ਕਿਤੇ ਹੁਣ ਚਿੰਤਾ ਦੇ ਵਿੱਚ ਨੇ, ਕਿਉਂਕਿ ਜਦੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਆਕਸੀਜਨ ਦੀ ਕਮੀ ਹੈ, ਆਕਸੀਜਨ ਦੀ ਕਮੀ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਮੌਤਾਂ ਨੇ ਉਹ ਹੋ ਰਹੀਆਂ ਨੇ, ਤਾਂ ਕਿਤੇ ਨਾ ਕਿਤੇ ਲੋਕ ਹੁਣ ਚਿੰਤਾ ਦੇ ਵਿੱਚ ਜ਼ਰੂਰ ਨੇ। ਪਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸਰਕਾਰ, ਕਿਉਂਕਿ ਲੋਕ ਸਾਨੂੰ ਵੀ ਸਵਾਲ ਕਰਦੇ ਨੇ ਔਰ ਸਰਕਾਰ ਦੇ ਉੱਪਰ ਵੀ ਸਵਾਲ ਖੜੇ ਕੀਤੇ ਜਾਂਦੇ ਨੇ ਅਕਸਰ, ਪਰ ਜੇਕਰ ਮੈਂ ਪਿਛਲੇ 1.5 ਤੋਂ 2 ਮਹੀਨਿਆਂ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਦੀ ਜਾਂ ਫਿਰ ਭਾਵੇਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣ, ਤਾਂ ਉਹ ਇੱਕੋ ਇੱਕ ਗੱਲ ਕਹਿੰਦੇ ਆ ਰਹੇ ਨੇ ਕਿ ਜੇਕਰ ਲੋਕ ਸਰਕਾਰੀ ਜਿਹੜੇ ਹਦਾਇਤਾਂ ਨੇ ਉਹਨਾਂ ਦਾ ਪਾਲਣ ਨਹੀਂ ਕਰਨਗੇ ਤਾਂ ਸਰਕਾਰ ਨੂੰ ਸਖਤੀ ਵਰਤਣ ਦੀ ਜ਼ਰੂਰਤ ਪੈ ਸਕਦੀ ਹੈ। ਤਾਂ ਉਹੀ ਉਸੇ ਦਾ ਹੀ ਨਤੀਜਾ ਹੁਣ ਨਜ਼ਰ ਆ ਰਿਹਾ ਹੈ ਕਿ ਲੋਕ ਉਸ ਵੇਲੇ ਭੀੜ ਜਿਹੜੀ ਹੈ ਵੱਖ-ਵੱਖ ਥਾਵਾਂ ਤੇ ਨਜ਼ਰ ਆਉਂਦੀ ਸੀ, ਜਨਤਕ ਥਾਵਾਂ ਤੇ ਭੀੜ ਭੜੱਕੇ, ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਨਜ਼ਰ ਆਉਂਦਾ ਸੀ। ਪਰ ਕੁੱਲ ਮਿਲਾ ਕੇ ਇਸ ਸਾਰੇ ਜਿਹੜੇ ਅਸੀਂ ਕਹਿ ਸਕਦੇ ਕਿ ਲੋਕਾਂ ਦੀਆਂ ਗਲਤੀਆਂ ਹੋਣ ਜਾਂ ਫਿਰ ਜਿਹੜੇ ਦੁਕਾਨਦਾਰ ਜਿਨ੍ਹਾਂ ਦੀਆਂ ਦੁਕਾਨਾਂ ਤੇ ਭੀੜ ਨਜ਼ਰ ਆਉਂਦੀ ਸੀ, ਤਾਂ ਕਿਤੇ ਨਾ ਕਿਤੇ ਖਮਿਆਜ਼ਾ ਵੀ ਉਹਨਾਂ ਨੂੰ ਹੀ ਭੁਗਤਣਾ ਪੈ ਰਿਹਾ, ਕਿਉਂਕਿ ਕਾਰੋਬਾਰ ਜਿਹੜੇ ਨੇ ਉਹ ਬਿਲਕੁਲ ਨਾ ਦੇ ਬਰਾਬਰ ਚੱਲ ਰਹੇ ਨੇ। ਲੋਕਾਂ ਦੇ ਲਗਾਤਾਰ ਜਦੋਂ ਸਾਡੇ ਤੱਕ ਸੰਪਰਕ ਕਰਦੇ ਨੇ ਤਾਂ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਸਰਕਾਰ ਵੱਲੋਂ ਸਖਤੀ ਤਾਂ ਕਰ ਦਿੱਤੀ ਗਈ, ਪਰ ਸਾਡੇ ਕਾਰੋਬਾਰ ਦੇ ਲਈ ਕੌਣ ਜ਼ਿੰਮੇਵਾਰ ਹੈ। ਤਾਂ ਇੱਥੇ ਸਰਕਾਰ ਦਾ ਇਹ ਤਰਕ ਹੈ ਕਿ ਜਦੋਂ ਅਸੀਂ ਹਦਾਇਤਾਂ ਜਾਰੀ ਕਰਦੇ ਹਾਂ, ਗਾਈਡਲਾਈਨਸ ਜਾਰੀ ਕਰਦੇ ਹਾਂ, ਤਾਂ ਲੋਕ ਉਸ ਨੂੰ ਜੋ ਹੈ ਗੰਭੀਰਤਾ ਦੇ ਨਾਲ ਨਹੀਂ ਲੈਂਦੇ, ਜਿਸ ਕਰਕੇ ਸਰਕਾਰ ਨੂੰ ਹੁਣ ਸਖਤੀ ਵਰਤਣੀ ਪਈ ਹੈ। ਤਾਂ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਉਹਨਾਂ ਸਖਤੀਆਂ ਦਾ, ਸਰਕਾਰੀ ਹਦਾਇਤਾਂ ਦਾ ਅਸਰ ਜ਼ਰੂਰ ਆ ਰਿਹਾ ਹੈ। ਤਾਂ ਮੇਨ ਜਿਹੜੀਆਂ ਸੜਕਾਂ ਨੇ ਉੱਥੇ ਜ਼ਰੂਰ ਇਹ ਚੀਜ਼ਾਂ ਨਜ਼ਰ ਆਉਂਦੀਆਂ ਨੇ, ਪਰ ਹਾਲੇ ਵੀ ਕੁਝ ਜਿਹੜੇ ਅੰਦਰੂਨੀ ਬਾਜ਼ਾਰ ਨੇ ਜਾਂ ਜਿਹੜੇ ਅਸੀਂ ਕਹਿ ਸਕਦੇ ਕਿ ਸ਼ਹਿਰ ਤੋਂ ਥੋੜੇ ਦੂਰ ਜਿਹੜੇ ਇਲਾਕੇ ਨੇ, ਤਾਂ ਉੱਥੇ ਲੋਕ ਹਾਲੇ ਵੀ ਇਹਨਾਂ ਚੀਜ਼ਾਂ ਨੂੰ ਬੜਾ ਅਸੀਂ ਕਹਿ ਸਕਦੇ ਕਿ ਲਾਈਟਲੀ ਲੈ ਰਹੇ ਨੇ, ਤਾਂ ਜਿਸ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ। ਕਿਉਂਕਿ ਹਾਲੇ ਅਸੀਂ ਵੀ ਹਰ ਕਿਸੇ ਨੂੰ ਇਹੀ ਗੁਜ਼ਾਰਿਸ਼ ਕਰਦੇ ਹਾਂ, ਕਿਉਂਕਿ ਮਾਸਕ ਜਾਂ ਫਿਰ ਜਿਹੜੀ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰੀ ਜਾ ਰਹੀ ਹੈ ਤਾਂ ਉਹ ਖੁਦ ਨੂੰ ਹੀ ਉਹ ਜੋ ਹੈ ਉਹ ਕਰਨੀ ਪਏਗੀ, ਨਾ ਕਿ ਕੋਈ ਚਲਾਨ ਜਾਂ ਕੋਈ ਜੁਰਮਾਨਾ ਜੇਕਰ ਸਰਕਾਰ ਲਾਉਂਦੀ ਹੈ ਜਾਂ ਪੁਲਿਸ ਵੱਲੋਂ ਸਖਤੀ ਵਰਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਜਾਂਦੇ ਨੇ। ਪਰ ਸਰਕਾਰ ਦਾ ਸਭ ਤੋਂ ਜ਼ਰੂਰੀ ਇਹੀ ਅਪੀਲ ਸਾਰਿਆਂ ਨੂੰ ਹੈ ਕਿ ਲੋਕ ਖੁਦ ਜਾਗਰੂਕ ਹੋਣ, ਲੋਕ ਖੁਦ ਆਪਣੀ ਸਿਹਤ ਦਾ ਧਿਆਨ ਰੱਖਣ ਤਾਂ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਸਖਤੀ ਨਾ ਵਰਤਣੀ ਪਵੇ। ਪਰ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਮੌਤਾਂ ਦਾ ਅੰਕੜਾ 17 ਮੌਤਾਂ ਜਿਹੜੀਆਂ ਹੋਈਆਂ ਨੇ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਵਾਲੀ ਸਥਿਤੀ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ। ਜੀ ਗੌਰਵ, ਠੀਕ ਹੈ, ਚਿੰਤਾ ਵਾਲੀ ਸਥਿਤੀ ਜ਼ਰੂਰ ਹੈ ਕਿਉਂਕਿ ਲੋਕਾਂ ਨੂੰ ਪਾਲਣਾ ਕਰਨੀ ਹੋਏਗੀ, ਕਿਸੇ ਹੋਰ ਦੇ ਲਈ ਨਹੀਂ ਬਲਕਿ ਆਪਣੇ ਸਾਰਿਆਂ ਦੇ ਲਈ, ਆਪਣੇ ਪਰਿਵਾਰਕ ਮੈਂਬਰਾਂ ਦੇ ਲਈ ਹੈ, ਸਮਾਜ ਦੇ ਲਈ ਹੈ। ਰੁਕ ਕਰਦੇ ਹਾਂ ਹੁਣ ਲੁਧਿਆਣਾ ਦਾ। ਜਸਵੀਰ ਬਰਾੜ ਸਾਡੇ ਨਾਲ ਨੇ। ਜਸਵੀਰ, ਲੁਧਿਆਣਾ ਦੀ ਸਥਿਤੀ ਦੱਸੋ, ਕਿਉਂਕਿ ਲੁਧਿਆਣਾ ਭੀੜ-ਭਾੜ ਵਾਲਾ ਪੂਰਾ ਇਲਾਕਾ ਹੁੰਦਾ ਹੈ, ਕਰੋਨਾ ਦੇ ਕੇਸਿਸ ਲਗਾਤਾਰ ਵੱਧ ਰਹੇ ਨੇ ਔਰ ਬੜੀ ਜ਼ਬਰਦਸਤ ਰਫ਼ਤਾਰ ਹੈ, 1000 ਤੋਂ ਜ਼ਿਆਦਾ ਕੇਸ ਸਾਹਮਣੇ ਆਉਣ ਤਾਂ ਉਸ ਤੋਂ ਬਾਅਦ ਚਿੰਤਾ ਹਰ ਕਿਸੇ ਦੀ ਵੱਧਦੀ ਹੈ। ਲੁਧਿਆਣਾ ਦੀ ਸਥਿਤੀ ਦੱਸੋ ਕਿ ਕਿਸ ਤਰੀਕੇ ਨਾਲ ਪ੍ਰਸ਼ਾਸਨ ਸਖਤੀ ਕਰ ਰਿਹਾ ਹੈ, ਕਿਸ ਤਰੀਕੇ ਨਾਲ ਲੋਕ ਪਾਲਣਾ ਕਰ ਰਹੇ ਨੇ। ਜਸਵੀਰ ਦਾ ਰੁਕ ਕਰਾਂਗੇ ਅਸੀਂ, ਲੱਗ ਰਿਹਾ ਹੁਣ ਤੱਕ ਆਵਾਜ਼ ਨਹੀਂ ਪਹੁੰਚ ਰਹੀ, ਪਰ ਇਸ ਸਮੇਂ ਰੁਕ ਕਰਦੇ ਹਾਂ ਅਸੀਂ ਚੰਡੀਗੜ੍ਹ ਦਾ। ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਮਨੋਜ ਰਾਠੀ ਵੀ ਸਾਡੇ ਨਾਲ ਜੁੜੇ ਹੋਏ ਨੇ। ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਪੂਰਾ ਟਰਾਈ ਸਿਟੀ ਦਾ ਹਾਲ ਸਾਨੂੰ ਦੱਸਣਗੇ। ਮਨੋਜ, ਅਸੀਂ ਗੱਲ ਚੰਡੀਗੜ੍ਹ ਦੀ ਕਰੀਏ ਤਾਂ 800 ਤੋਂ ਜ਼ਿਆਦਾ ਕੇਸਿਸ ਰਿਪੋਰਟ ਕੀਤੇ ਗਏ ਨੇ ਪਿਛਲੇ 24 ਘੰਟਿਆਂ ਦੇ ਵਿੱਚ। ਇਹ ਲਗਾਤਾਰ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਕ ਜਿਹੜੇ ਹੈਗੇ, ਚੰਡੀਗੜ੍ਹ ਦੇ ਵੀਪੀ ਸਿੰਘ ਬਦਨੌਰ, ਉਹ ਮੀਟਿੰਗਾਂ ਕਰ ਰਹੇ ਨੇ ਤੇ ਕੀ ਸਖਤੀ ਹੋ ਸਕਦੀ ਹੈ? ਕਿਉਂਕਿ ਪੰਚਕੂਲਾ, ਮੋਹਾਲੀ ਅਸੀਂ ਜ਼ਿਕਰ ਕਰੀਏ 6-6 ਵਜੇ ਦੁਕਾਨਾਂ ਬੰਦ ਹੋ ਰਹੀਆਂ ਨੇ, ਕਰਫਿਊ ਲੱਗ ਰਿਹਾ ਪੰਜਾਬ ਦੇ ਵਿੱਚ। ਤਾਂ ਚੰਡੀਗੜ੍ਹ ਦੀ ਸਥਿਤੀ ਦੱਸੋ ਇਸ ਸਮੇਂ ਕੀ ਹੈ? ਚੰਡੀਗੜ੍ਹ ਪ੍ਰਸ਼ਾਸਨ ਮੀਟਿੰਗਾਂ ਦਾ ਦੌਰ ਜਾਰੀ ਹੈ, ਕੀ ਕੁਝ ਅੱਗੇ ਦਾ ਰਣਨੀਤੀ ਜਾਂ ਫੈਸਲਾ ਹੋ ਸਕਦੀ ਹੈ ਐਡਮਿਨਿਸਟ੍ਰੇਸ਼ਨ ਦੀ? ਮਨੋਜ ਦੇਖੋ ਗੌਰਵ, ਕੱਲ ਵੀ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ, ਗਵਰਨਰ ਪੰਜਾਬ ਵੀਪੀ ਬਦਨੌਰ ਵੱਲੋਂ ਮੀਟਿੰਗ ਕੀਤੀ ਗਈ ਸੀ ਤੇ ਸੁਝਾਅ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵੀ ਲਿੱਤੇ ਗਏ। ਉਸ ਤੋਂ ਬਾਅਦ ਮੀਡੀਆ ਬਰੀਫਿੰਗ ਵੀ ਹੋਈ ਤੇ ਅਸੀਂ ਵੀ, ਸਾਡੇ ਤੋਂ ਵੀ ਉਹਨਾਂ ਨੇ ਸੁਝਾਅ ਪੁੱਛੇ ਕਿ ਕਿਸ ਤਰ੍ਹਾਂ ਜਿਹੜੀ ਹੈ ਸਿਚੁਏਸ਼ਨ ਇਸ ਟਾਈਮ ਹੈ, ਹੋਰ ਕੀ ਹੋ ਸਕਦਾ ਹੈ, ਕਿਉਂਕਿ ਚੰਡੀਗੜ੍ਹ ਕੱਲਾ ਹੀ ਨਹੀਂ, ਟਰਾਈ ਸਿਟੀ ਦੀ ਆਪਾਂ ਗੱਲ ਕਰ ਰਹੇ ਹਾਂ, ਪੰਚਕੂਲਾ, ਮੋਹਾਲੀ ਬਿਲਕੁਲ ਨਾਲ ਲੱਗਦੇ हैं, क्योंकि मूवमेंट पूरी डेली इत्थे दी मूवमेंट होंदी है, तो इस करके बहुत अहम हो जाता है कि जिहड़ी भी सख्ती की जाए या लॉकडाउन का डिसीजन लिता जाए। हुण सिचुएशन की है कि हरियाणा च भी 6 वजे का करफ्यू शाम का,
ਮੋਹਾਲੀ ਦਾ ਵੀ 6 ਵਜੇ ਜੀ। ਦਾ, ਲੇਕਿਨ ਚੰਡੀਗੜ੍ਹ ਦਾ ਨਹੀਂ ਹੈ। ਹੁਣ ਪ੍ਰੋਬਲਮ ਕੀ ਹੋ ਰਹੀ ਹੈ ਕਿ ਜਿਹੜੀ ਮੂਵਮੈਂਟ ਹੈ, ਜਿਹੜਾ ਮੌਬ ਹੈ, ਉਹ ਸਾਰਾ ਚੰਡੀਗੜ੍ਹ ਇਕੱਠ ਹੋ ਜਾਂਦਾ। ਇਹ ਬਹੁਤ ਵੱਡੀ ਦਿੱਕਤ ਹੈ। ਹੁਣ ਇਹਦਾ ਜਿਹੜਾ ਅਹਿਮ ਫੈਸਲਾ ਅੱਜ ਹੋ ਸਕਦਾ ਹੈ। ਮੈਡੀਕਲ ਜਿਹੜੇ ਐਕਸਪਰਟ ਹੈ ਉਹਨਾਂ ਨਾਲ ਅੱਜ ਦੁਪਹਿਰ ਨੂੰ ਇਹ ਮੀਟਿੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਕ ਵੱਲੋਂ, ਔਰ ਮੀਟਿੰਗ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਹੈ ਗੌਰਵ ਉਹ ਲਿਆ ਜਾ ਸਕਦਾ ਹੈ। ਇੱਕ ਤਾਂ ਲਾਕਡਾਊਨ, ਜਿਹੜਾ ਵੀਕਐਂਡ ਲਾਕਡਾਊਨ, ਉਹਦਾ ਸੰਕੇਤ ਜ਼ਰੂਰ ਦਿੱਤਾ ਜਾ ਰਿਹਾ ਹੈ ਕਿ ਉਹ ਲੱਗ ਸਕਦਾ ਹੈ। ਦੂਜੀ ਗੱਲ, ਚੰਡੀਗੜ੍ਹ ਵਿੱਚ ਹੁਣ ਕਰਫਿਊ ਦਾ ਜਿਹੜਾ ਸਮਾਂ ਹੈ ਸ਼ਾਮ ਨੂੰ ਵਧਾਇਆ ਜਾ ਸਕਦਾ ਹੈ, ਯਾਨੀ ਕਿ ਹਜੇ ਤੱਕ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੈ, ਲੇਕਿਨ ਕਰਫਿਊ ਦਾ ਸਮਾਂ ਜਿਹੜਾ ਹੈ ਉਹ ਵਧਾਇਆ ਜਾ ਸਕਦਾ ਹੈ ਕਿਉਂਕਿ ਲਗਾਤਾਰ ਜਿਹੜੇ ਕੇਸਿਸ ਆ ਰਹੇ ਨੇ, ਜਿਹੜੀ ਡੈਥ ਦਾ ਰੇਸ਼ੋ ਵਧਿਆ ਹੈ। ਹੁਣ ਮੋਹਾਲੀ ਦੀ ਗੱਲ ਕਰੀਏ, ਮੋਹਾਲੀ 'ਚ 11 ਮੌਤਾਂ, ਬਹੁਤ ਵੱਡਾ ਰੇਸ਼ੋ ਹੈ। 11 ਮੌਤਾਂ, ਪਹਿਲਾਂ ਅੰਮ੍ਰਿਤਸਰ 17, ਲੁਧਿਆਣਾ 13, ਹੁਣ ਮੋਹਾਲੀ ਹੌਟਸਪੌਟ ਬਣਿਆ ਹੋਇਆ ਹੈ 11, ਉਸ ਤੋਂ ਬਾਅਦ ਪਟਿਆਲਾ 9। ਇਹ ਮੋਹਾਲੀ ਦੀ ਅਸੀਂ ਗੱਲ ਕਰੀਏ, ਹਾਲਾਂਕਿ ਗੈਦਰਿੰਗ ਦੀ ਗੱਲ ਕਰਦੇ ਹਾਂ, ਲਗਾਤਾਰ ਸਖਤੀ ਦੀ ਗੱਲ ਜ਼ਰੂਰ ਕੀਤੀ ਜਾ ਰਹੀ ਹੈ, ਲੇਕਿਨ ਉਸ ਤੋਂ ਬਾਵਜੂਦ ਜਿਹੜਾ ਰੇਸ਼ੋ ਹੈ, ਜਿਹੜਾ ਗ੍ਰਾਫ ਹੈ, ਉਹ ਲਗਾਤਾਰ ਵਧਦਾ ਜਾ ਰਿਹਾ। ਹਾਲਾਂਕਿ ਲਗਾਤਾਰ ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕਈ ਜਿਹੜੇ ਪੋਲੀਟੀਕਲ ਪਾਰਟੀਆਂ ਹੈ, ਚੰਡੀਗੜ੍ਹ ਦੀ ਅਸੀਂ ਗੱਲ ਕरें, ਚੰਡੀਗੜ੍ਹ 'ਚ ਕਈ ਪੋਲੀਟੀਕਲ ਪਾਰਟੀਆਂ ਨਾਲ ਸੁਝਾਅ ਜਿਹੜਾ ਹੈ ਉਹ ਦਿੱਤਾ ਗਿਆ। ਕਿਸੇ ਨੇ ਕਿਹਾ ਕਿ ਲਾਕਡਾਊਨ ਜਿਹੜਾ ਹੈ ਉਹ ਨਹੀਂ ਲੱਗਣਾ ਚਾਹੀਦਾ ਕਿਉਂਕਿ ਬਿਜ਼ਨਸ ਜਿਹੜਾ ਵਪਾਰੀ ਵਰਗ ਹੈ ਉਹਨਾਂ ਨੂੰ ਵੀ ਅਸੀਂ ਦੇਖ ਕੇ ਚੱਲਣਾ, ਲੇਕਿਨ ਜਿਹੜੇ ਵੱਧੇ ਹੋਏ ਕੇਸ ਨੇ, ਜਿਹੜੇ ਗੈਦਰਿੰਗ ਹੈ, ਉਹ ਹਜੇ ਵੀ ਲੋਕੀ ਜਿਹੜੇ ਹੈਗੇ ਉਹ ਲਾਪਰਵਾਹੀ ਜ਼ਰੂਰ ਵਰਤ ਰਹੇ ਨੇ। ਇੱਕ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਚੰਡੀਗੜ੍ਹ ਦੀ ਆਪਾਂ ਗੱਲ ਕਰ ਰਹੇ, ਚੰਡੀਗੜ੍ਹ ਦੇ ਜਿਹੜੀ ਸਬਜ਼ੀ ਮੰਡੀ ਹੈ ਸੈਕਟਰ 26 ਦੀ, ਉੱਥੇ ਕਾਫੀ ਰਸ਼ ਜਿਹੜਾ ਹੈ ਉਹ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਪ੍ਰਸ਼ਾਸਕ ਵੱਲੋਂ ਇਹ ਕਿਹਾ ਗਿਆ ਕਿ ਸਬਜ਼ੀ ਮੰਡੀ ਦੇ ਨਾਲ ਜਿਹੜੀ ਆਪਣੀ ਮੰਡੀ ਹੈ ਉਹਨਾਂ ਨੂੰ ਹਜੇ ਬੰਦ ਨਹੀਂ ਕੀਤਾ ਜਾ ਰਿਹਾ। ਉਹਦਾ ਕਾਰਨ ਇਹੀ ਹੈ ਕਿ ਜੇ ਅਗਰ ਆਪਣੀ ਮੰਡੀ ਬੰਦ ਹੁੰਦੀ ਹੈ ਤਾਂ ਜਿਹੜਾ ਸਾਰਾ ਮੌਬ ਹੈ ਉਹ ਸਾਰਾ 26 ਮੰਡੀ ਤੇ ਜਾਂਦਾ, ਯਾਨੀ ਕਿ ਉਹ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹਨੂੰ ਆਪਾਂ ਕਿਸ ਤਰ੍ਹਾਂ ਉਹਨੂੰ ਕਰੀਏ। ਲੇਕਿਨ 26 ਮੰਡੀ ਦਾ ਜਿਹੜਾ ਸੁਝਾਅ ਹੈ ਉੱਥੇ ਸਟਿਕਨੈਸ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ। ਹਾਲਾਂਕਿ ਹੁਣ ਆਰਮੀ ਨੂੰ ਇੱਕ ਹੌਸਟਲ ਜਿਹੜਾ ਹੈ ਉਹ ਸੌਂਪਣ ਜਾ ਰਹੀ ਹੈ ਚੰਡੀਗੜ੍ਹ ਪ੍ਰਸ਼ਾਸਨ। ਉਹਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ ਉਹ ਆਰਮੀ ਬਣਾਏਗੀ। ਜਿਹੜੇ ਡਾਕਟਰਸ ਨੇ, ਜਿਹੜੇ ਪੈਰਾਮੈਡੀਕਲ ਸਟਾਫ ਨੇ, ਵੈਂਟੀਲੇਟਰ ਨੇ, ਉਹ ਉੱਥੇ ਲਾਉਣ ਦੀ ਜਿਹੜੀ ਪੂਰੀ ਪਲੈਨਿੰਗ ਹੈ ਉਹ ਕਰ ਲਿੱਤੀ ਗਈ ਹੈ। ਆਕਸੀਜਨ ਦੀ ਅਸੀਂ ਗੱਲ ਕਰੀਏ, ਆਕਸੀਜਨ ਦੇ 3 ਪਲਾਂਟ ਜਿਹੜੇ ਹੈ ਉਹ ਲਾ ਦਿੱਤੇ ਗਏ ਨੇ, ਸੈਕਟਰ 16, ਸੈਕਟਰ 32, ਸੈਕਟਰ 48 ਤੇ 3 ਹੋਰ ਜਿਹੜੇ ਪਲਾਂਟਸ ਨੇ ਉਹ ਹੁਣ ਲਾਉਣ ਦੀ ਜਿਹੜੀ ਪਰਮਿਸ਼ਨ ਹੈ ਉਹ ਮਿਲ ਗਈ ਹੈ। ਜਲਦੀ ਉਹ ਵੀ ਪਲਾਂਟ ਜਿਹੜੇ ਲੱਗ ਜਾਣਗੇ। ਹੁਣ ਪ੍ਰਾਈਵੇਟ ਹਸਪੀਟਲਾਂ ਨੂੰ ਵੀ ਇਹ ਸਾਰਾ ਆਕਸੀਜਨ ਜਿਹੜੀ ਹੈ ਸਪਲਾਈ ਦਿੱਤੀ ਜਾ ਰਹੀ ਹੈ। ਪਹਿਲੀ ਗੱਲ ਬੜੀ ਰਾਹਤ ਦੀ ਗੱਲ ਹੈ ਗੌਰਵ। ਇਹਦੇ ਵਿੱਚ ਇੱਕ ਗੱਲ ਹੋਰ ਤੁਸੀਂ ਅਹਿਮ ਦੱਸੀ ਕਿ ਅੱਜ ਤੋਂ ਜਿਹੜਾ ਕੇਂਦਰ ਸਰਕਾਰ ਦੀ ਜਿਹੜੀ ਗਾਈਡਲਾਈਨ ਹੈ ਉਸ ਤੋਂ ਬਾਅਦ ਅੱਜ ਤੋਂ ਜਿਹੜਾ ਪੋਰਟਲ ਹੈ ਕੋਵਿਨ ਦਾ, ਜਿਹੜਾ 18 ਸਾਲ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਪੂਰੀ ਜਿਹੜੇ ਵੈਕਸੀਨ ਹੈ ਉਹ ਲਏਗੀ ਤੇ ਉਹਦੀ ਪੂਰੀ ਤਿਆਰੀਆਂ ਕਰ ਲਈ ਗਈ ਹੈ। 56 ਜਿਹੜੇ ਸੈਂਟਰ ਹੈ, 56 ਜਿਹੜੇ ਸੈਂਟਰਸ ਨੇ ਉਹ ਚੰਡੀਗੜ੍ਹ ਵਿੱਚ ਨੇ। ਮੋਬਾਈਲਸ ਵੈਨ ਨੇ ਜਿਹੜੇ ਵੈਕਸੀਨੇਸ਼ਨ ਜਿਹੜੀ ਹੈ ਉਹ ਲਾਉਣ ਦਾ ਕੰਮ ਕਰ ਰਹੀ ਹੈ, ਜਿਹੜੀ ਡਾਕਟਰਸ ਦੀ ਟੀਮ ਹੈ। ਹਾਲਾਂਕਿ ਹੁਣ ਚੰਡੀਗੜ੍ਹ ਦੀ ਅਸੀਂ ਗੱਲ ਕरें, ਲਗਾਤਾਰ ਜਿਹੜੇ ਪ੍ਰਸ਼ਾਸਕ ਨੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਿਚੁਏਸ਼ਨ ਇਜ਼ ਅੰਡਰ ਕੰਟਰੋਲ। ਸਿਚੁਏਸ਼ਨ ਪੂਰੀ ਅੰਡਰ ਕੰਟਰੋਲ ਨੇ, ਕਿਸੇ ਵੀ ਤਰ੍ਹਾਂ ਦੀ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਜਿਹੜੇ ਪ੍ਰਾਈਵੇਟ ਹਸਪੀਟਲਸ ਹੈ ਉਹਨਾਂ ਨੂੰ ਵੀ ਆਕਸੀਜਨ ਸਪਲਾਈ ਦਿੱਤੀ ਜਾ ਰਹੀ ਹੈ। ਉਹਦੇ ਨਾਲ ਜਿਹੜੇ 100 ਬੈੱਡ ਦਾ ਹਸਪੀਟਲ ਬਣਾਇਆ ਜਾ ਰਿਹਾ ਹੈ, ਪੰਜਾਬ ਯੂਨੀਵਰਸਿਟੀ ਦਾ ਜਿਹੜਾ NRI ਹੌਸਟਲ ਹੈ ਉੱਥੇ ਪੂਰੀ ਪਲੈਨਿੰਗ ਹੋ ਚੁੱਕੀ ਹੈ ਤੇ ਉਹਨਾਂ ਨੂੰ ਹੁਣ ਸੌਂਪ ਦਿੱਤਾ ਜਾਊਗਾ। ਉਸ ਦੇ ਨਾਲ ਲੇਕਿਨ ਜਿਹੜੀ ਗੈਦਰਿੰਗ ਹੋ ਰਹੀ ਹੈ, ਜਿਹੜਾ ਲਾਕਡਾਊਨ ਦਾ ਫੈਸਲਾ ਹੈ, ਅੱਜ ਇੱਕ ਅਹਿਮ ਬੈਠਕ ਹੋਣ ਵਾਲੀ ਹੈ ਗੌਰਵ, ਜਿਹਦੇ ਵਿੱਚ ਮੈਡੀਕਲ ਜਿਹੜੇ ਐਕਸਪਰਟਸ ਨੇ, ਡਾਇਰੈਕਟਰ ਹੈਲਥ ਨੇ, ਹੋਰ ਜਿਹੜੇ ਸੀਨੀਅਰ ਡਾਕਟਰਸ ਨੇ, ਉਹਨਾਂ ਨਾਲ ਅੱਜ ਮੀਟਿੰਗ ਹੋਣ ਵਾਲੀ ਹੈ। ਉਹਦੇ ਵਿੱਚ ਮੀਟਿੰਗ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਹੈ ਉਹ ਲਿਆ ਜਾਏਗਾ ਕਿ ਵੀਕਐਂਡ ਲਾਕਡਾਊਨ ਲੱਗਦਾ ਹੈ। ਬਿਲਕੁਲ ਮਨੋਜ, ਅੱਜ ਵਾਲੀ ਮੀਟਿੰਗ ਦਾ ਇੰਤਜ਼ਾਰ ਰਹੇਗਾ, ਅੱਜ ਵਾਲੀ ਮੀਟਿੰਗ ਦਾ ਇੰਤਜ਼ਾਰ ਰਹੇਗਾ ਕਿਉਂਕਿ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਕਿ ਇੱਕ ਪਾਸੇ ਮੋਹਾਲੀ ਦੇ ਵਿੱਚ ਸਖਤੀ ਹੈ, ਇੱਕ ਪਾਸੇ ਪੰਚਕੂਲਾ 'ਚ ਸਖਤੀ ਹੈ, ਤਾਂ ਸ਼ਾਮ ਨੂੰ 6 ਵਜੇ ਤੋਂ ਕੀ ਲੋਕ ਚੰਡੀਗੜ੍ਹ ਦੇ ਵੱਲ ਰੁਖ ਕਰ ਲੈਣ ਕਿ ਚੰਡੀਗੜ੍ਹ ਦੇ ਵਿੱਚ ਭੀੜ ਤਾਂ ਨਹੀਂ ਜ਼ਿਆਦਾ ਪੈ ਰਹੀ ਹੈ। ਸਾਰੀਆਂ ਚੀਜ਼ਾਂ ਹੈਗੀਆਂ ਪ੍ਰਸ਼ਾਸਨ ਨੂੰ ਦੇਖਣ ਲਾਇਕ, ਗੌਰ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਨੇ। ਦੇਖਦੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਲਿਆ ਜਾਂਦਾ ਹੈ। ਰੁਕ ਕਰਦੇ ਹਾਂ ਹੁਣ ਲੁਧਿਆਣਾ ਦਾ। ਜਸਵੀਰ ਸਾਡੇ ਨਾਲ ਜੁੜ ਚੁੱਕੇ ਨੇ। ਜਸਵੀਰ, ਲੁਧਿਆਣਾ ਦਾ ਹਾਲ ਦੱਸੋ। ਪਹਿਲਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਲੁਧਿਆਣਾ ਅਜਿਹਾ ਸ਼ਹਿਰ ਹੈ ਜਿੱਥੇ ਕੇਸਿਸ ਬਹੁਤ ਸਾਰੇ ਸਾਹਮਣੇ ਆ ਰਹੇ ਨੇ, 1000 ਤੋਂ ਜ਼ਿਆਦਾ ਕੇਸਿਸ ਹੋਣ ਤਾਂ ਚਿੰਤਾ ਵੱਧਦੀ ਹੈ, ਤੇ ਦੂਜੇ ਪਾਸੇ ਭੀੜ ਲੁਧਿਆਣਾ ਦੀ, ਭੀੜ ਭਾੜ ਵਾਲੇ ਬਾਜ਼ਾਰ ਲੁਧਿਆਣਾ ਦੇ। ਸਮਝਾਓ ਇਸ ਸਮੇਂ ਸਥਿਤੀ ਕੀ ਹੈ? ਮੂੰਹ ਦੇ ਉੱਤੇ ਮਾਸਕ ਨੂੰ ਲੈ ਕੇ ਕਿੰਨੀ ਕੁ ਸਖਤੀ ਹੈ? ਬਾਜ਼ਾਰਾਂ ਦੇ ਵਿੱਚ ਬੇਸ਼ੱਕ ਸ਼ਾਮ ਨੂੰ 6 ਵਜੇ ਤੋਂ ਬਾਅਦ ਕਰਫਿਊ ਹੈ, ਪਰ ਦਿਨ ਦੇ ਵਿੱਚ ਮਾਹੌਲ ਕੀ ਹੈ? ठीक है, आप एक बार फिर तो रुक करेंगे जसवीर दा कोशिश करेंगे कि ਅਸੀਂ ਤੁਹਾਡੇ ਤੱਕ ਪਹੁੰਚਾਈਏ, ਪਰ ਇਸ ਵਿੱਚ ਵਾਲੇ ਜੋ ਦੇਸ਼ ਦੇ ਅੰਕੜੇ ਨੇ ਉਹ ਤੁਹਾਡੇ ਤੱਕ ਪਹੁੰਚਾਉਣੇ ਜ਼ਰੂਰੀ ਨੇ। ਭਾਰਤ ਦੇ ਅੰਕੜੇ ਇੱਕ ਵਾਰ ਆ ਗਏ ਨੇ, ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਕਿਉਂਕਿ ਬਹੁਤ ਚਿੰਤਾ ਵਾਲੀ ਗੱਲ ਹੈ। 3000 ਤੋਂ ਜ਼ਿਆਦਾ ਮੌਤਾਂ ਇੱਕ ਦਿਨ ਦੇ ਵਿੱਚ ਪੰਜਾਬ ਦੇ ਸਣੇ ਪੂਰੇ ਦੇਸ਼ ਦੇ ਵਿੱਚ, ਪੂਰੇ ਦੇਸ਼ 'ਚ ਪਹਿਲੀ ਵਾਰ ਇੱਕ ਦਿਨ ਦੇ ਵਿੱਚ 3200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਦੇਸ਼ ਦੇ ਵਿੱਚ ਕਰੋਨਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ। 3,60,000 ਤੋਂ ਜ਼ਿਆਦਾ तक अंकड़ा पहुंच चुके हैं। 3,60,960 मरीजों की कोरोना रिपोर्ट पॉजिटिव आई है पिछले 24 घंटिया।
ਇਹ ਵੀ ਤੁਹਾਨੂੰ ਦੱਸ ਦਈਏ ਕਿ ਕਰੀਬ 30 ਲੱਖ ਐਕਟਿਵ ਕੇਸਿਸ ਹੁਣ ਦੇਸ਼ ਭਰ ਦੇ ਵਿੱਚ ਹੋ ਚੁੱਕੇ ਨੇ। ਕੁੱਲ ਮੌਤਾਂ ਦਾ ਅੰਕੜਾ 2 ਲੱਖ ਦੇ ਪਾਰ ਪਹੁੰਚ ਚੁੱਕਿਆ ਹੈ। 2 ਲੱਖ ਤੋਂ ਜ਼ਿਆਦਾ ਦੇਸ਼ ਦੇ ਵਿੱਚ ਕਰੋਨਾ ਦੀ ਵਜ੍ਹਾ ਦੇ ਨਾਲ ਮੌਤਾਂ, ਪਹਿਲੀ ਵਾਰ ਇੱਕ ਦਿਨ ਦੇ ਵਿੱਚ 3200 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਕੁੱਲ ਮੌਤਾਂ ਦਾ ਅੰਕੜਾ 2 ਲੱਖ ਦੇ ਪਾਰ ਪਹੁੰਚ ਚੁੱਕਿਆ ਹੈ। ਇਹ ਚਿੰਤਾ ਨੂੰ ਵਧਾਉਣ ਵਾਲਾ ਟੋਟਲ ਕੇਸਿਸ ਤੁਹਾਨੂੰ ਦੱਸ ਦਿੰਦੇ ਹਾਂ ਹੁਣ ਤੱਕ ਜਿਹੜੇ ਰਿਪੋਰਟ ਕੀਤੇ ਗਏ ਨੇ ਪੂਰੇ ਦੇਸ਼ ਦੇ ਵਿੱਚ 1,79,97,267 ਟੋਟਲ ਕੇਸ ਰਿਪੋਰਟ ਹੋਏ ਨੇ ਪਿਛਲੇ 1.25 ਸਾਲ ਦੇ ਵਿੱਚ। ਇਹਨਾਂ ਦੇ ਵਿੱਚੋਂ 1,48,17,371 ਲੋਕ ਠੀਕ ਹੋ ਗਏ, ਜਦਕਿ 2,01,187 ਲੋਕਾਂ ਦੀ ਮੌਤ ਹੋਈ ਹੈ। ਇਹ ਚਿੰਤਾ ਵਾਲਾ ਪੂਰਾ ਅੰਕੜਾ ਹੈ। ਐਕਟਿਵ ਕੇਸਿਸ ਇਸ ਸਮੇਂ ਦੇਸ਼ ਭਰ ਦੇ ਵਿੱਚ 29,78,709 ਕੇਸਿਸ ਨੇ ਔਰ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਅੰਕੜਾ ਆਇਆ ਉਹ ਲਾਜ਼ਮੀ ਤੌਰ ਤੇ ਪਰੇਸ਼ਾਨ ਕਰਨ ਵਾਲਾ ਪੂਰੇ ਦੇਸ਼ ਦੇ ਵਿੱਚ। ਤਾਂ ਇਹ ਅੰਕੜੇ ਜ਼ਰੂਰ ਪਰੇਸ਼ਾਨ ਕਰਨ ਵਾਲੇ ਹਨ। ਸਿੱਧਾ ਰੁਖ ਕਰਦੇ ਹਾਂ, ਇਸ ਸਮੇਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਪੰਚਕੂਲਾ ਦਾ ਰੁਖ ਕਰਾਂਗੇ, ਹਰਿਆਣਾ ਦਾ ਵੀ ਪੂਰਾ अपडेट लेने की कोशिश करते हैं। मनोज कुमार साडे नाल ने पंचकुला तो। मनोज, पंचकुला का और इसके साथ साथ पूरे हरियाणा का हाल जानना चाहेंगे, क्योंकि इससे पहले हम चंडीगढ़ का जिक्र कर रहे थे कि पंचकुला में सख्ती है, चंडीगढ़ में नहीं है। क्या एडमिनिस्ट्रेशन ट्राई सिटी को लेकर कोई साझा एक्शन प्लान बना रहा है? और हरियाणा का हाल बताइए, क्योंकि करीब 12,000 केसेस पिछले 24 घंटे में आ गए। बिल्कुल गौरव, अगर हरियाणा की बात करें तो पिछले करीब 5 दिनों से लगातार जो टोटल केसेस हैं वो 11,000 के आसपास आ रहे हैं और कल जो 24 घंटे के आंकड़े जारी किए गए हैं वो करीब 11,900 से ज़्यादा, यानी कि करीब 12,000 हम कह सकते हैं आंकड़े आ रहे हैं। तो बेहद चिंताजनक है और सबसे बड़ी बात यह है कि रोजाना मौतों का जो रिकॉर्ड है वो टूट रहा है। पिछले 24 घंटे में हरियाणा में 84 लोगों की मौत हुई है। ये अब तक का सबसे हाईएस्ट आंकड़ा है। इतनी मौतें एक दिन में 24 घंटे में इससे पहले कभी भी देखी नहीं गई हैं। तो बहुत ये चिंताजनक बात हरियाणा के लिए है। और जहां तक बात है हरियाणा के कुल केसेस की, तो 12,000, 11,000, 10,000 ऐसे केसेस लगातार यहाँ पर आ रहे हैं। और खासकर जो एनसीआर का इलाका, चाहे गुड़गांव हो या फरीदाबाद हो, वहां पर बहुत ज्यादा हालात चिंताजनक बन गए हैं। और एक बड़ी बात हरियाणा सरकार की तरफ से कही गई है कि गुड़गांव, फरीदाबाद और एनसीआर के जो भी जिले हैं, यहाँ पर मोर देन 70% जो पेशेंट हैं वो दिल्ली से आ रहे हैं। हरियाणा के जितने अस्पताल हैं सिर्फ एनसीआर में 70% है, बाकी जिलों में भी काफी संख्या में जो मरीज हैं वो दिल्ली से आ रहे हैं। इसलिए सरकार ने केंद्र सरकार से ऑक्सीजन बढ़ाने की भी मांग की थी और केंद्र सरकार ने हरियाणा को एलोकेट कर भी दिया है। जो 232 मीट्रिक टन ऑक्सीजन है वो अब हरियाणा को मिलने लगेगी। करीब 70 मीट्रिक टन की बढ़ोतरी इसमें की गई है। इसके साथ साथ हरियाणा सरकार 500 बेड का अस्पताल पानीपत में, 500 बेड का अस्पताल हिसार में बिल्कुल ऑक्सीजन प्लांट के साथ बनाने जा रही है, ताकि जो लॉजिस्टिक और ट्रांसपोर्टेशन का इशू है वो खत्म किया जा सके। सीधी प्लांट से गैस वहां पर ले जाई जाएगी। और इसके साथ साथ सेना को भी काम पर लगाया गया है। सेना ने भी फरीदाबाद में 100 बेड का एक अस्पताल बनाने की तैयारी कर ली है। तमाम इंतजाम किए जा रहे हैं। मुख्यमंत्री मनोहर लाल ने विजिट भी किया था और आज वो एक प्रेस कॉन्फ्रेंस करके हरियाणा सरकार के अरेंजमेंट्स की जानकारी भी दे रहे हैं। जी शुक्रिया मनोज, धन्यवाद साडे नाल जुड़न दे लई। इस पूरी गलबात दे लई मनोज पंचकुला तो साडे नाल जुड़े सी। मनोज राठी चंडीगढ़ तो साडे नाल, राजीव अमृतसर तो ते जसवीर बराड़ लुधियाना तो सानू पूरे अपडेट दे रहे सी कि आखिर किस तरीके नाल इस समय माहौल बनिया होया। शुक्रिया सारे साडे सहयोगियां दा।